ਸੋ ਅੱਜ ਆਪਾਂ ਇੱਕ ਕਿਊ ਕਾਰਡ ਕਰਾਂਗੇ। ਡਿਸਕ੍ਰਾਈਬ ਏ ਪਰਸਨ ਹੂ ਇੰਪ੍ਰੈਸਡ ਯੂ ਦ ਮੋਸਟ ਵੈਨ ਯੂ ਵਰ ਇਨ ਪ੍ਰਾਇਮਰੀ ਸਕੂਲ। ਇੱਕ ਪਰਸਨ ਨੂੰ ਡਿਸਕ੍ਰਾਈਬ ਕਰੋ ਜਿਹਨੇ ਸਭ ਤੋਂ ਜ਼ਿਆਦਾ ਤੁਹਾਡੇ ਤੇ ਪ੍ਰਭਾਵ ਪਾਇਆ ਹੈ ਜਦੋਂ ਤੁਸੀਂ ਪ੍ਰਾਇਮਰੀ ਸਕੂਲ ਦੇ ਵਿੱਚ ਸੀ। ਤੁਸੀਂ ਦੱਸਣਾ ਹੈ ਹੂ ਹੀ ਔਰ ਸ਼ੀ ਇਜ਼, ਉਹ ਕੌਣ ਸੀ, ਹਾਊ ਯੂ ਨਿਊ ਹਿਮ, ਤੁਸੀਂ ਉਹਨੂੰ ਕਿਸ ਤਰ੍ਹਾਂ ਜਾਣਦੇ ਸੀ, ਵਾਈ ਹੀ ਔਰ ਸ਼ੀ ਇੰਪ੍ਰੈਸਡ ਯੂ ਦ ਮੋਸਟ, ਕਿਉਂ ਉਹਨੇ ਤੁਹਾਨੂੰ ਸਭ ਨੂੰ ਜ਼ਿਆਦਾ ਇੰਪ੍ਰੈਸ ਕੀਤਾ, ਪ੍ਰਭਾਵ ਪਾਇਆ ਤੁਹਾਡੇ ਤੇ, ਕਿਉਂ, ਐਂਡ ਹਾਊ ਯੂ ਫੀਲ ਅਬਾਊਟ ਹਿਮ ਔਰ ਹਰ, ਅਤੇ ਤੁਸੀਂ ਉਹਦੇ ਬਾਰੇ ਕੀ ਫੀਲ ਕਰਦੇ ਹੋ। ਸੋ ਕਿਊ ਕਾਰਡ ਹੈ The person who has made an everlasting impression on me in my childhood days is my math teacher. Her name was Miss Anita. She joined our school when I was in the 6th standard. In those days, I wasn't a studious boy. I used to be a mischievous kid who always ignored studies. The reason being, I always believed that things don't come to my mind easily, especially math. One day, she noticed me and said, "You have a sharp mind and you can do well in studies." She told me to visit her home after the school for tuition classes. I was reluctant at first, but her kind and caring nature somehow convinced me to join her classes. Since then, whatever she taught me, I still remember that till date. She was extremely knowledgeable and her way of teaching was quite impressive. She used to teach everyone with love and affection. Soon I started taking maths as easy as ABC. She changed my perception of doing maths forever. In addition to be a great teacher, she was also a great human being. I was so touched when I saw her paying for the school fees for one of the girls in my class who was financially very weak. Slowly, she became more than a teacher to me. She was so easy to talk to that I even shared all my personal problems with her. She always guided me in my tough days. I admire her a lot. I feel whatever she did for me, I would never be able to pay her back. I wish every child has a teacher like her in his life. It is well said that a true teacher is hard to find, difficult to part with, and impossible to forget. ਸੋ ਇਸ ਕਿਊ ਕਾਰਡ ਦੀ ਮੈਂ ਐਕਸਪਲੇਨੇਸ਼ਨ ਦਿੰਦਾ। ਸੋ ਸਟਾਰਟਿੰਗ ਦਾ ਫਸਟ ਜਿਹੜਾ ਪਾਰਟ ਹੈ, ਦ ਪਰਸਨ ਹੂ ਹੈਜ਼ ਮੇਡ ਐਨ ਐਵਰਲਾਸਟਿੰਗ ਇੰਪ੍ਰੈਸ਼ਨ ਔਨ ਮੀ ਇਨ ਮਾਈ ਚਾਈਲਡਹੁੱਡ ਡੇਜ਼ ਇਜ਼ ਮਾਈ ਮੈਥ ਟੀਚਰ। ਸੋ ਉਹ ਪਰਸਨ ਜਿਹਨੇ ਬਹੁਤ ਜ਼ਿਆਦਾ ਗਹਿਰਾ ਇੰਪ੍ਰੈਸ਼ਨ ਮਤਲਬ ਪ੍ਰਭਾਵ ਮੇਰੇ ਉੱਤੇ ਪਾਇਆ ਮੇਰੇ ਬਚਪਨ ਦੇ ਦਿਨਾਂ ਦੇ ਵਿੱਚ, ਉਹ ਮੇਰੇ ਮੈਥ ਟੀਚਰ ਸੀ, ਮੈਥ ਟੀਚਰ ਹੈ। ਹਰ ਨੇਮ ਵਾਸ ਮਿਸ ਅਨੀਤਾ, ਉਹਨਾਂ ਦਾ ਨਾਮ ਮਿਸ ਅਨੀਤਾ ਸੀ। ਸ਼ੀ ਜੁਆਇਨਡ ਆਰ ਸਕੂਲ ਵੈਨ ਆਈ ਵਾਸ ਇਨ ਦ 6th ਸਟੈਂਡਰਡ। ਉਹਨਾਂ ਨੇ ਸਾਡੀ ਸਕੂਲ ਨੂੰ ਜੁਆਇਨ ਕੀਤਾ ਜਦੋਂ ਮੈਂ 6ਵੀਂ ਕਕਸ਼ਾ ਵਿੱਚ ਸੀ ਜਾਂ 6ਵੀਂ ਕਲਾਸ 'ਚ ਸੀ। ਇਨ ਦੋਜ਼ ਡੇਜ਼ ਆਈ ਵਾਜ਼ਨਟ ਅ ਸਟੂਡੀਅਸ ਬੋਏ, ਮੈਂ ਕੋਈ ਪੜ੍ਹਾਕੂ ਮੁੰਡਾ ਨਹੀਂ ਸੀਗਾ ਉਹਨਾਂ ਦਿਨਾਂ ਦੇ ਵਿੱਚ। ਆਈ ਯੂਜ਼ ਟੂ ਬੀ ਅ ਮਿਸਚੀਵੀਅਸ ਕਿਡ ਹੂ ਆਲਵੇਜ਼ ਇਗਨੋਰਡ ਸਟੱਡੀਜ਼। ਮੈਂ ਇੱਕ ਸ਼ਰਾਰਤੀ ਬੱਚਾ ਹੁੰਦਾ ਸੀ ਜੋ ਹਮੇਸ਼ਾ ਹੀ ਪੜ੍ਹਾਈ ਨੂੰ ਇਗਨੋਰ ਕਰਦਾ ਸੀ, ਨਜ਼ਰਅੰਦਾਜ਼ ਕਰਦਾ ਸੀ। ਦ ਰੀਜ਼ਨ ਬੀਂਗ ਆਈ ਆਲਵੇਜ਼ ਬਿਲੀਵ ਦੈਟ ਥਿੰਗਸ ਡੋਂਟ ਕਮ ਟੂ ਮਾਈ ਮਾਈਂਡ ਈਜ਼ੀਲੀ। ਇਹਦਾ ਰੀਜ਼ਨ ਇਹ ਸੀਗਾ, ਇਹਦਾ ਕਾਰਨ ਇਹ ਸੀਗਾ ਕਿ ਮੈਂ ਇਹ ਸੋਚਦਾ ਸੀ ਕਿ ਚੀਜ਼ਾਂ ਜਿਹੜੀਆਂ ਹੈ ਉਹ ਮੇਰੇ ਦਿਮਾਗ 'ਚ ਛੇਤੀ ਜਾਂ ਆਸਾਨੀ ਨਾਲ ਨਹੀਂ ਬੈਠਦੀਆਂ, ਸਪੈਸ਼ਲੀ ਮੈਥ, ਖਾਸ ਕਰ ਮੈਥ। ਸੋ ਤੁਸੀਂ ਇੱਥੇ ਡੋਂਟ ਦੀ ਜਗ੍ਹਾ ਡਿਡਨਟ ਵੀ ਕਰ ਸਕਦੇ ਹੋ ਇਨ ਕੇਸ ਯੂ ਵਾਂਟ। ਉਸ ਤੋਂ ਬਾਅਦ ਵਨ ਡੇ ਸ਼ੀ ਨੋਟਿਸਡ ਮੀ ਐਂਡ ਸੈਡ, ਇੱਕ ਦਿਨ ਉਹਨਾਂ ਨੇ ਮੈਨੂੰ ਨੋਟਿਸ ਕੀਤਾ ਅਤੇ ਕਿਹਾ, ਯੂ ਹੈਵ ਅ ਸ਼ਾਰਪ ਮਾਈਂਡ, ਤੁਹਾਡਾ ਦਿਮਾਗ ਬਹੁਤ ਤੇਜ਼ ਹੈ, ਯੂ ਕੈਨ ਡੂ ਵੈਲ ਇਨ ਸਟੱਡੀਜ਼, ਤੁਸੀਂ ਪੜ੍ਹਾਈ ਦੇ ਵਿੱਚ ਵਧੀਆ ਕਰ ਸਕਦੇ ਹੋ। ਸ਼ੀ ਟੋਲਡ ਮੀ ਟੂ ਵਿਜ਼ਿਟ ਹਰ ਹੋਮ ਆਫਟਰ ਦ ਸਕੂਲ ਫॉर ਟਿਊਸ਼ਨ ਕਲਾਸਿਸ। ਉਹਨਾਂ ਨੇ ਮੈਨੂੰ ਸਕੂਲ ਤੋਂ ਬਾਅਦ ਟਿਊਸ਼ਨ ਕਲਾਸਿਸ ਦੇ ਲਈ ਆਪਣੇ ਘਰ ਆਉਣ ਦੇ ਲਈ ਕਿਹਾ। ਆਈ ਵਾਜ਼ ਰਿਲੈਕਟੈਂਟ ਐਟ ਫਸਟ, ਪਹਿਲਾਂ ਮੇਰੀ ਇੱਛਾ ਨਹੀਂ ਸੀ ਮੇਰੀ ਉੱਥੇ ਜਾਣ ਦੀ, ਬਟ ਹਰ ਕਾਈਂਡ ਐਂਡ ਕੇਅਰਿੰਗ ਨੇਚਰ ਸਮਹਾਓ ਕਨਵਿੰਸਡ ਮੀ ਟੂ ਜੁਆਇਨ ਹਰ ਕਲਾਸਿਸ। ਬਟ ਉਹਨਾਂ ਦੀ ਜੋ ਬਹੁਤ ਹੀ ਕਾਈਂਡ ਅਤੇ ਕੇਅਰਿੰਗ ਨੇਚਰ ਸੀ, ਉਹਨੇ ਸਮਹਾਓ ਮੈਨੂੰ ਕਨਵਿੰਸ ਕਰ ਲਿਆ ਕਿਸੇ ਤਰ੍ਹਾਂ ਕਿ ਮੈਂ ਉਹਨਾਂ ਦੀ ਕਲਾਸਿਸ ਨੂੰ ਜੁਆਇਨ ਕਰਾਂ। ਸਿੰਸ ਦੈਨ, ਉਦੋਂ ਤੋਂ ਵਟ ਐਵਰ ਸ਼ੀ taught me, I still remember that till date. ਸੋ ਜੋ ਕੁਛ ਵੀ ਉਹਨਾਂ ਨੇ ਮੈਨੂੰ ਪੜ੍ਹਾਇਆ ਉਦੋਂ ਤੋਂ, ਜੋ ਕੁਛ ਵੀ ਉਹਨਾਂ ਨੇ ਮੈਨੂੰ ਪੜ੍ਹਾਇਆ ਮੈਨੂੰ ਅੱਜ ਤੱਕ ਯਾਦ ਹੈ। ਸ਼ੀ ਵਾਜ਼ ਐਕਸਟਰੀਮਲੀ ਨੌਲੇਜੇਬਲ ਐਂਡ ਹਰ ਵੇ ਆਫ ਟੀਚਿੰਗ ਵਾਜ਼ ਕੁਆਇਟ ਇੰਪ੍ਰੈਸਿਵ। ਉਹਨਾਂ ਨੂੰ ਬਹੁਤ ਸਾਰੀ ਨੌਲੇਜ ਸੀਗੀ ਅਤੇ ਉਹਨਾਂ ਦੀ ਜਿਹੜੇ ਪੜ੍ਹਾਉਣ ਦਾ ਤਰੀਕਾ ਸੀਗਾ ਉਹ ਬਹੁਤ ਹੀ ਵਧੀਆ ਸੀ। ਸ਼ੀ ਯੂਜ਼ ਟੂ ਟੀਚ ਐਵਰੀ ਵਨ ਵਿਦ ਲਵ ਐਂਡ ਅਫੈਕਸ਼ਨ। ਉਹ ਹਰ ਕਿਸੇ ਨੂੰ ਪਿਆਰ ਅਤੇ ਸਦਭਾਵਨਾ ਨਾਲ ਉਹਨਾਂ ਨੂੰ ਸਿਖਾਉਂਦੇ ਸੀ। ਸੂਨ ਆਈ ਸਟਾਰਟਿਡ ਟੇਕਿੰਗ ਮੈਥ ਐਜ਼ ਈਜ਼ੀ ਐਜ਼ ABC। ਛੇਤੀ ਹੀ ਮੈਂ ਮੈਥ ਨੂੰ ABC ਵਾਂਗੂ ਕਰਨਾ ਜਾਂ ਸਿੱਖਣਾ ਸ਼ੁਰੂ ਕਰ ਦਿੱਤਾ।
ਸ਼ੀ ਚੇਂਜਡ ਮਾਈ ਪਰਸੈਪਸ਼ਨ ਆਫ ਡੂਇੰਗ ਮੈਥਸ ਫॉर एवर। ਉਹਨਾਂ ਨੇ ਮੇਰੀ ਜੋ ਸੋਚ ਹੈ ਮੈਥ ਕਰਨ ਦੀ ਉਹ ਹਮੇਸ਼ਾ ਦੇ ਲਈ ਬਦਲ ਦਿੱਤੀ। ਇਨ ਐਡੀਸ਼ਨ ਟੂ ਬੀ ਅ ਗ੍ਰੇਟ ਟੀਚਰ, ਸੋ ਇੱਕ ਗ੍ਰੇਟ ਟੀਚਰ ਹੋਣ ਤੋਂ ਇਲਾਵਾ ਸ਼ੀ ਵਾਸ ਆਲਸੋ ਅ ਗ੍ਰੇਟ ਹਿਊਮਨ ਬੀਂਗ। ਉਹ ਇੱਕ ਬਹੁਤ ਹੀ ਚੰਗੇ ਹਿਊਮਨ ਬੀਂਗ ਵੀ ਸੀ। I was so touched when I saw her paying for the school fees for one of the girls in my class who was financially very weak। ਮੈਂ ਬਹੁਤ ਹੀ ਪ੍ਰਭਾਵਿਤ ਹੋਇਆ ਜਦੋਂ ਉਹਨਾਂ ਨੇ ਮੇਰੇ ਸਕੂਲ ਦੇ ਵਿੱਚ ਇੱਕ ਲੜਕੀ ਜੋ ਕਿ ਫਾਈਨੈਂਸ਼ੀਅਲੀ ਕਾਫੀ ਵੀਕ ਸੀ ਉਹਨਾਂ ਦੇ ਲਈ ਸਕੂਲ ਫੀਸ ਪੇ ਕੀਤੀ। ਸਲੋਲੀ ਸ਼ੀ ਬਿਕੇਮ ਮੋਰ ਦੈਨ ਅ ਟੀਚਰ ਟੂ ਮੀ। ਹੌਲੀ ਹੌਲੀ ਉਹ ਮੇਰੇ ਲਈ ਇੱਕ ਟੀਚਰ ਤੋਂ ਵੀ ਜ਼ਿਆਦਾ ਬਣ ਗਏ। ਸ਼ੀ ਵਾਸ ਸੋ ਈਜ਼ੀ ਟੂ ਟਾਕ ਟੂ। ਉਹ ਉਹਨਾਂ ਨਾਲ ਗੱਲ ਕਰਨਾ ਇੰਨਾ ਸੌਖਾ ਸੀ ਦੈਟ ਆਈ ਈਵਨ ਸ਼ੇਅਰਡ ਆਲ ਮਾਈ ਪਰਸਨਲ ਪ੍ਰੋਬਲਮਸ ਵਿਦ ਹਰ, ਕਿ ਮੈਂ ਉਹਨਾਂ ਦੇ ਨਾਲ ਆਪਣੀਆਂ ਪਰਸਨਲ ਪ੍ਰੋਬਲਮਸ ਵੀ ਸ਼ੇਅਰ ਕਰਨੀਆਂ ਸ਼ੁਰੂ ਕਰਤੀਆਂ। ਸ਼ੀ ਆਲਵੇਜ਼ ਗਾਈਡਡ ਮੀ ਇਨ ਮਾਈ ਟਫ ਡੇਜ਼। ਉਹਨਾਂ ਨੇ ਹਮੇਸ਼ਾ ਮੇਰੇ ਔਖੇ ਸਮੇਂ ਵਿੱਚ ਮੈਨੂੰ ਗਾਈਡ ਕੀਤਾ। ਆਈ ਐਡਮਾਇਰ ਹਰ ਅ ਲੋਟ। ਮੈਂ ਉਹਨਾਂ ਦੀ ਬਹੁਤ ਪ੍ਰਸ਼ੰਸਾ ਕਰਦਾ ਹਾਂ। ਆਈ ਫੀਲ ਵਟ ਐਵਰ ਸ਼ੀ ਡਿਡ ਫॉर ਮੀ ਆਈ ਵੁਡ ਨੈਵਰ ਬੀ ਏਬਲ ਟੂ ਪੇ ਹਰ ਬੈਕ। ਜੋ ਕੁਛ ਵੀ ਉਹਨਾਂ ਲਈ ਮੈਂ ਕੀਤਾ ਮੈਂ ਫੀਲ ਕਰਦਾ ਕਿ ਮੈਂ ਉਹਨਾਂ ਨੂੰ ਕਦੀ ਵੀ ਵਾਪਸ ਨਹੀਂ ਪੇ ਕਰ ਸਕਦਾ। ਆਈ ਵਿਸ਼ ਐਵਰੀ ਚਾਈਲਡ ਹੈਜ਼ ਅ ਟੀਚਰ ਲਾਈਕ ਹਰ ਇਨ ਹਿਜ਼ ਲਾਈਫ। ਮੈਂ ਵਿਸ਼ ਕਰਦਾ ਕਿ ਹਰ ਬੱਚੇ ਦੇ ਜੀਵਨ ਦੇ ਵਿੱਚ ਇੱਦਾਂ ਦਾ ਇੱਕ ਟੀਚਰ ਹੋਣਾ ਚਾਹੀਦਾ ਹੈ। ਇਟ ਇਜ਼ ਵੈਲ ਸੈਡ। ਇਹ ਸਹੀ ਕਿਹਾ ਗਿਆ ਹੈ ਕਿ ਦੈਟ A true teacher is hard to find, difficult to part with and impossible to forget। ਇੱਕ ਜਿਹੜਾ ਸੱਚਾ ਟੀਚਰ ਹੈ ਉਹਨੂੰ ਬੜਾ ਔਖਾ ਹੈ ਲੱਭਣਾ, difficult to part with। part with ਦੀ ਜਗ੍ਹਾ 'ਤੇ ਤੁਸੀਂ ਲੀਵ ਵੀ ਯੂਜ਼ ਕਰ ਸਕਦੇ ਹੋ। ਸੋ ਉਹਨੂੰ ਛੱਡਣਾ ਬੜਾ ਔਖਾ ਹੈ ਅਤੇ ਉਹਨੂੰ ਭੁੱਲਣਾ ਨਾਮੁਮਕਿਨ ਹੈ। ਸੋ ਇਹ ਜੋ ਆਨਸਰ ਹੈ ਇਹਦੇ ਵਿੱਚ ਜੋ ਵਰਡਸ ਯੂਜ਼ ਕੀਤੇ ਗਏ ਹੈ ਸੋ ਉਹਨਾਂ ਜੋ ਤੁਹਾਨੂੰ ਵਧੀਆ ਬੈਂਡ ਦੇ ਸਕਦੇ ਆ ਉਹ ਹੈ ਆਈ ਯੂਜ਼ ਟੂ ਬੀ ਅ ਮਿਸਚੀਵੀਅਸ ਕਿਡ ਹੂ ਆਲਵੇਜ਼ ਇਗਨੋਰਡ ਸਟੱਡੀਜ਼। ਮੈਂ ਇੱਕ ਸ਼ਰਾਰਤੀ ਬੱਚਾ ਸੀ ਜੋ ਹਮੇਸ਼ਾ ਜੋ ਪੜ੍ਹਾਈ ਆ ਉਹਨੂੰ ਨਜ਼ਰਅੰਦਾਜ਼ ਕਰਦਾ ਸੀ। ਥਿੰਗਸ ਡੋਂਟ ਜਾਂ ਡਿਡਨਟ ਕਮ ਟੂ ਮਾਈ ਮਾਈਂਡ ਈਜ਼ੀਲੀ। ਜਿਹੜੀਆਂ ਚੀਜ਼ਾਂ ਸੀ ਉਹ ਛੇਤੀ ਮੇਰੇ ਦਿਮਾਗ 'ਚ ਨਹੀਂ ਬੈਠਦੀਆਂ ਸੀ। ਆਈ ਵੁੱਡ ਸੁਜੈਸਟ ਕਿ ਤੁਸੀਂ ਇੱਥੇ ਡਿਡ ਨੋਟ ਯੂਜ਼ ਕਰੋ, ਡਿਡਨਟ। ਅਤੇ ਉਸ ਤੋਂ ਇਲਾਵਾ ਆਈ ਵਾਜ਼ ਰਿਲੈਕਟੈਂਟ ਐਟ ਫਸਟ। ਮੈਂ ਪਹਿਲਾਂ ਮੇਰੀ ਇੱਛਾ ਨਹੀਂ ਸੀ ਇਹ ਕਰਨ ਦੀ, ਬਟ ਉਸ ਤੋਂ ਬਾਅਦ ਮੈਂ ਉਹਨਾਂ ਦੀ ਚੰਗੀ ਨੇਚਰ ਨੇ ਮੈਨੂੰ ਕਨਵਿੰਸ ਕੀਤਾ ਕਿ ਮੈਂ ਉਹਨਾਂ ਦੀ ਕਲਾਸਿਸ ਨੂੰ ਜੁਆਇਨ ਕਰਾਂ। ਆਈ ਸਟਾਰਟਡ ਟੇਕਿੰਗ ਮੈਥ ਐਜ਼ ਈਜ਼ੀ ਐਜ਼ ABC। ਸੋ ਇੱਕ ਫਰੇਜ਼ ਹੈ, ਇੱਕ ਈਡੀਅਮ ਹੈ। ਸੋ ਐਜ਼ ਈਜ਼ੀ ਐਜ਼ ABC ਮਤਲਬ ਬਹੁਤ ਹੀ ਸੌਖਾ। ਸੋ ਮੈਂ ਮੈਥ ਨੂੰ ਕਰਨਾ ਸ਼ੁਰੂ ਕੀਤਾ ਇੱਦਾਂ ਕਰਨਾ ਸ਼ੁਰੂ ਕਰਤਾ ਜਿੱਦਾਂ ABC ਹੁੰਦਾ ਹੈ। ਸੋ ਸ਼ੀ ਚੇਂਜ ਮਾਈ ਪਰਸੈਪਸ਼ਨ ਆਫ ਡੂਇੰਗ ਮੈਥਸ ਫॉर एवर। ਉਹਨਾਂ ਨੇ ਮੇਰੀ ਮੈਥ ਦੇ ਲਈ ਜੋ ਮੇਰੀ ਪਰਸੈਪਸ਼ਨ ਜੋ ਸੋਚ ਸੀ ਉਹ ਹਮੇਸ਼ਾ ਲਈ ਬਦਲ ਦਿੱਤੀ। ਆਈ ਵਾਜ਼ ਸੋ ਟੱਚਡ। ਮੈਂ ਇੰਨਾ ਜ਼ਿਆਦਾ ਪ੍ਰਭਾਵਿਤ ਸੀਗਾ। ਠੀਕ ਹੈ। ਸ਼ੀ ਵਾਜ਼ ਸੋ ਈਜ਼ੀ ਟੂ ਟਾਕ ਟੂ। ਸੋ ਇਸ ਫਰੇਜ਼ ਨੂੰ ਆਪਾਂ ਯੂਜ਼ ਕਰਦੇ ਹਾਂ ਜਦੋਂ ਆਪਾਂ ਕਿਸੇ ਬੰਦੇ ਨੂੰ ਕਹੀਏ ਕਿ ਹੀ ਇਜ਼ ਸੋ ਈਜ਼ੀ ਟੂ ਟਾਕ ਟੂ। ਇਹਦਾ ਮਤਲਬ ਉਹਦੇ ਨਾਲ ਗੱਲ ਕਰਨਾ ਬੜਾ ਸੌਖਾ ਹੈ। ਉਹਦੇ ਨਾਲ ਗੱਲ ਕਰਨਾ ਬੜਾ ਸੌਖਾ ਹੈ ਦਾ ਮਤਲਬ ਹੈ ਕਿ ਜਿਸ ਵੀ ਪਰਸਨ ਨਾਲ ਅਸੀਂ ਗੱਲ ਕੀਤੀ ਹੈ ਜਾਂ ਗੱਲ ਕਰਦੇ ਹਾਂ ਉਹ ਕੋਈ ਐਰੋਗੈਂਟ ਨਹੀਂ ਹੈ ਜਾਂ ਉਹ ਗੁੱਸੇਖੋਰ ਨਹੀਂ ਹੈ, ਜਾਂ ਜੇ ਉਹਨਾਂ ਆਪਾਂ ਗੱਲ ਕਰੀਏ ਤਾਂ ਉਹ ਬਹੁਤ ਹੀ ਪਿਆਰ ਦੇ ਨਾਲ ਸਤਿਕਾਰ ਦੇ ਨਾਲ ਸਾਡੇ ਨਾਲ ਗੱਲ ਕਰਦਾ ਹੈ। ਸੋ ਇਸ ਤਰ੍ਹਾਂ ਦਾ ਪਰਸਨ ਜਿਹੜਾ ਕਿ ਸਾਨੂੰ ਸੁਣੇ ਅਤੇ ਸਾਡੀ ਗੱਲ 'ਚ ਧਿਆਨ ਦੇ ਅਤੇ ਸਾਡੀ ਪਰਵਾਹ ਕਰੇ, ਉਹਦੇ ਨਾਲ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ ਆਪਾਂ ਇੱਦਾਂ ਕਹਿ ਸਕਦੇ ਹਾਂ ਕਿ ਹੀ ਜਾਂ ਸ਼ੀ ਇਜ਼ ਸੋ ਈਜ਼ੀ ਟੂ ਟਾਕ ਟੂ। ਅਤੇ ਉਸ ਤੋਂ ਬਾਅਦ ਅ ਟਰੂ ਟੀਚਰ ਇਜ਼ ਹਾਰਡ ਟੂ ਫਾਈਂਡ, ਡਿਫੀਕਲਟ ਟੂ ਪਾਰਟ ਵਿਦ ਐਂਡ ਇੰਪੋਸੀਬਲ ਟੂ ਫੋਰਗੈਟ। ਸੋ ਇਹ ਇੱਕ ਫਰੇਜ਼ ਹੈ ਜਾਂ ਇੱਕ ਸਟੇਟਮੈਂਟ ਹੈ ਜਿਹੜੀ ਤੁਹਾਨੂੰ ਐਕਚੁਅਲੀ ਕੁਛ ਹੋਰ ਬੈਟਰ ਮਾਰਕਸ ਪ੍ਰੋਵਾਈਡ ਕਰ ਸਕਦੀ ਹੈ। ਸੋ ਆਈ ਹੋਪ ਤੁਹਾਨੂੰ ਇਹ ਸਮਝ ਆਇਆ ਹੋਏਗਾ ਅਤੇ ਜਲਦ ਹੀ ਆਪਾਂ ਇੱਕ ਹੋਰ ਵੀਡੀਓ ਨਾਲ ਮਿਲਾਂਗੇ।